ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਸਤਰ ਫੜਿਆ ਜੀ ਮੇਰਾ। ਜਿਹੜੇ ਸਾਡੀਆਂ ਸਿੱਖ ਸੰਗਤਾਂ ਦੇ ਜਿਹੜੇ ਵੀਰ ਆਪਾਂ ਇੱਥੇ ਸਾਰੇ ਇਕੱਤਰ ਹੋਏ ਆ, ਗੱਲਾਂ ਨਾ ਕੋ ਕਰੇ ਵੀ ਜਿਹੜੇ ਆਪਾਂ ਅੱਜ ਇਕੱਤਰ ਹੋਏ ਆ, ਸਾਡੀਆਂ ਕੀ ਕੀ ਮੰਗਾਂ ਸਨ, ਉਹ ਜਦੋਂ ਤੁਸੀਂ ਮੰਗਾਂ ਸੁਣੋਗੇ ਤੇ ਸ਼ਾਇਦ ਸਾਨੂੰ ਆਪਣੇ ਆਪ ਤੇ ਵੀ ਸ਼ਰਮ ਆਏਗੀ ਵੀ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਮੰਗਾਂ ਨਹੀਂ, ਉਹ ਸ਼੍ਰੋਮਣੀ ਕਮੇਟੀ ਦੇ ਫਰਜ਼ ਸਨ ਜੋ ਅਸੀਂ ਇੱਥੇ ਮੰਗਣ ਵਾਸਤੇ ਬੈਠੇ ਆ। ਪਹਿਲਾ ਜਿਹੜਾ ਮੱਖੂ ਸਾਹਿਬ ਨੇ ਕੀਤਾ ਵੀ ਮੈਂ ਜਿਹੜੇ ਸਾਡੀਆਂ ਮੰਗਾਂ ਸੀ ਉਹ ਮੈਂ ਬੋਲਾਂਗਾ ਤੇ ਮੱਖੂ ਸਾਹਿਬ ਉਹਦਾ ਜਵਾਬ ਨਾਲ ਨਾਲ ਦੇ ਜਾਣਗੇ। ਉਹਨਾਂ ਨੇ ਕੀ ਕਿਹਾ? ਸਭ ਤੋਂ ਪਹਿਲਾਂ ਸੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਪੜਤਾਲ ਵਿੱਚ ਪਾਏ ਦੋਸ਼ੀਆਂ ਤੇ ਮੁਕੱਦਮਾ ਦਰਜ ਹੋਵੇ, ਵੀ ਜਿਹੜੇ 328 ਸਰੂਪਾਂ ਦੇ ਵਿੱਚ ਦੋਸ਼ੀ ਨੇ ਉਹਨਾਂ ਤੇ ਮੁਕੱਦਮਾ ਦਰਜ ਹੋਵੇ। ਜਵਾਬ ਮੱਖੂ ਸਾਹਿਬ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਦੇ ਵਿੱਚ ਸਵੇਰ ਦੀਆਂ ਤੁਹਾਡੀਆਂ ਨਜ਼ਰਾਂ ਉਡੀਕ ਕਰ ਰਹੀਆਂ ਸਨ ਕਿ ਸਾਡੀ 7 ਮੈਂਬਰੀ ਬਣਾਈ ਹੋਈ ਕਮੇਟੀ ਅੰਦਰ ਗਈ ਹੈ ਤੇ ਇਹ ਕੀ ਰਿਪਲਾਈ ਲੈ ਕੇ ਆਉਂਦੇ ਨੇ। ਅਸੀਂ ਸਵੇਰ ਵੇਲੇ ਜਾਣ ਵੇਲੇ ਮੇਰੇ ਨਾਲ ਵੀਰ ਬਲਜਿੰਦਰ ਸਿੰਘ ਪਰਵਾਨਾ, ਮੈਂ 7 ਮੈਂਬਰੀ ਕਮੇਟੀ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਤੁਹਾਡੀਆਂ ਮੰਗਾਂ ਇਨ ਬਿਨ ਇੰਜ ਅੰਦਰ ਲੈ ਕੇ ਜਾਣੀਆਂ ਨੇ, ਜੋ ਅੰਦਰ ਜਵਾਬ ਆਏਗਾ ਇਨ ਬਿਨ ਤੁਹਾਨੂੰ ਸੁਣਾ ਦੇਣਾ। ਅਸੀਂ ਉਹਦੇ ਵਿੱਚ ਆਪਣੇ ਕੋਲੋਂ ਕੁਝ ਨਹੀਂ ਕਰਨਾ ਤਾਂ ਕਿ ਕੱਲ ਨੂੰ ਅਸੀਂ ਕੌਮ ਦੇ ਗੱਦਾਰ ਗਿਣੇ ਜਾਈਏ ਜਾਂ ਕੌਮ ਸਾਡੇ ਤੇ ਸ਼ੱਕ ਕਰੇ, ਉਹ ਕੰਮ ਨਹੀਂ ਹੋਵੇਗਾ। ਤੇ ਪਹਿਲੀ ਜਿਹੜੀ ਮੰਗ ਸੀ, ਮੈਂ ਕਹਿੰਦਾ ਦੁਬਾਰਾ ਫਿਰ ਇੱਕ ਵਾਰੀ ਪੜ੍ਹ ਦਿਓ, ਉਹਦੇ ਵਿੱਚ ਇਹ ਸੀ ਵੀ ਜਿਹੜੇ ਮੁੱਖ ਦੋਸ਼ੀ ਨੇ ਇਹਨਾਂ ਤੇ ਮੁਕੱਦਮਾ ਦਰਜ ਹੋਵੇ। ਤੇ ਸਾਨੂੰ ਰਿਪਲਾਈ ਕੀਤਾ ਹੈ ਜੋ ਰਿਟਨ ਦੇ ਵਿੱਚ ਆਫਿਸ ਨੋਟ ਹੈ ਜੀ ਮੇਰੇ ਹੱਥ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਬਾਰੇ ਸਿੱਖ ਬੁੱਧੀਜੀਵੀਆਂ ਅਤੇ ਸਿੱਖ ਸੰਪਰਦਾਵਾਂ ਦੇ ਸੁਝਾਅ ਤੇ ਅਮਲ ਕਰਦਿਆਂ ਕਾਰਵਾਈ ਰੋਕੀ ਗਈ ਸੀ। ਹੁਣ ਸਵਾਲ ਇਹ ਹੈ, ਉਹ ਕਿਹੜੇ ਸਿੱਖ ਬੁੱਧੀਜੀਵੀ ਨੇ, ਉਹ ਕਿਹੜੀਆਂ ਸੰਪਰਦਾਵਾਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਦੋਸ਼ੀਆਂ ਦੇ ਉੱਪਰ ਕਾਰਵਾਈ ਨਾ ਕੀਤੀ ਜਾਵੇ? ਇੱਕ ਬਹੁਤ ਵੱਡਾ ਸਵਾਲ ਆ ਗਿਆ। ਨੰਬਰ 2 ਦੇ ਉੱਪਰ ਉਹ ਕਹਿੰਦੇ ਪਰੰਤੂ ਹੁਣ ਸਿੱਖ ਸੰਗਤ ਦੇ ਸੁਝਾਵਾਂ ਅਨੁਸਾਰ ਜੋ ਵੀ ਪੰਥਕ ਭਲੇ ਵਿੱਚ ਹੋਵੇਗਾ ਉਸ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਏਗੀ। ਉਹ ਕਹਿੰਦੇ ਵੀ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਹੈ 18 ਤਰੀਕ ਨੂੰ, ਉਹਦੇ ਵਿੱਚ ਪਹਿਲਾ ਜਿਹੜਾ ਮਾਇਆ ਹੋਇਆ ਮਤਾ ਸੀ ਉਹ ਰੱਦ ਕਰਾਂਗੇ ਤੇ ਇਹ ਜਿਹੜੀ ਪ੍ਰਪੋਜ਼ਲ ਹੈ ਰੱਖਾਂਗੇ। ਪਰ ਆਪਣੀ ਮੁੱਖ ਮੰਗ ਸੀ ਅਸਲ ਦੇ ਅੰਦਰ ਇਹੀ ਵੀ ਦੋਸ਼ੀਆਂ ਦੇ ਉੱਪਰ ਜਿਹੜਾ ਉਹ ਪਰਚਾ ਦਰਜ ਹੋਵੇ। ਉਹਨਾਂ ਨੇ ਸਾਨੂੰ ਪਰਚੇ ਦੀ ਸ਼ੋਰਟੀ ਨਹੀਂ ਦਿੱਤੀ, ਇਹ ਅਸੀਂ ਤੁਹਾਡੇ ਅੱਗੇ ਰੱਖ ਦਿੱਤੀ ਹੈ ਇਹ ਗੱਲ। ਸੈਕੰਡ ਪੜੋ ਜੀ। ਦੂਜਾ ਸੀਗਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜਿਹੜੇ ਨੇ ਕਿੰਨੇ ਅਤੇ ਕਿਸ ਨੂੰ ਦਿੱਤੇ, ਕਿੰਨੇ ਦਿੱਤੇ ਤੇ ਕਿਸ ਨੂੰ ਦਿੱਤੇ, ਉਹਦੇ ਬਾਰੇ। ਕਿਉਂਕਿ ਸਾਡੀ ਆਪਣੀ ਜਿਹੜੀ ਜਿਤਨੇ ਤੁਸੀਂ ਆਏ ਹੋ, ਆਪਣੀ ਮੁੱਖ ਮੰਗ ਇਹ ਵੀ ਸੀ ਵੀ ਜਿਹੜੇ 328 ਸਰੂਪ ਨੇ ਉਹ ਕਿੰਨਾਂ ਨੂੰ ਦਿੱਤੇ ਗਏ ਨੇ ਤੇ ਕਿੱਥੇ ਦਿੱਤੇ ਗਏ ਨੇ, ਕਿੰਨੇ ਦਿੱਤੇ ਗਏ ਨੇ। ਕਿਉਂਕਿ ਸਭ ਤੋਂ ਵੱਡਾ ਆਪਣਾ ਖਦਸ਼ਾ ਹੀ ਇਹ ਆ ਵੀ ਹੋ ਸਕਦਾ ਕੱਲ ਨੂੰ ਉਹਨਾਂ ਲੋਕਾਂ ਕੋਲੇ ਚਲੇ ਗਏ ਹੋਣ ਜਿਹੜੇ ਬੇਅਦਬੀਆਂ ਕਰਵਾਉਂਦੇ ਹੋਣ। ਤੇ ਉਹਨਾਂ ਨੇ ਇਹਦਾ ਰਿਪਲਾਈ ਕੀਤਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਜਦੋਂ ਹੀ ਇਹ ਵੇਰਵੇ ਪੂਰੇ ਆ ਜਾਂਦੇ ਨੇ ਤੇ ਸੰਗਤਾਂ ਦੇ ਅੱਗੇ ਰੱਖ ਦਿੱਤੇ ਜਾਣਗੇ। ਤੇ ਮੇਰੇ ਖਿਆਲ ਦੇ ਵਿੱਚ ਤੁਸੀਂ ਸਾਰੇ ਸਿਆਣੇ ਹੋ, ਇੱਕ ਗੱਲ ਆਪਣੇ ਮਨ ਦੇ ਵਿੱਚ ਵਿਚਾਰ ਕੇ ਵੇਖਿਆ ਜੇ ਵੀ ਵੇਰਵੇ ਅਜੇ ਇਕੱਠੇ ਕਰਨੇ ਨੇ। ਇਹਦਾ ਮਤਲਬ ਵੇਰਵੇ ਰਿਟਨ ਦੇ ਵਿੱਚ ਇਹਨਾਂ ਦੇ ਕੋਲ ਹੈ ਨਹੀਂ, ਪਰ ਇਹ ਕਹਿੰਦੇ ਵੀ ਜਿਹੜੇ ਪ੍ਰਚਾਰਕਾਂ ਦੀ ਡਿਊਟੀ ਲਾਈ ਹੋਈ ਹੈ ਵੀ ਜਿਨ੍ਹਾਂ ਪਿੰਡਾਂ ਦੇ ਅੰਦਰ ਸਰੂਪ ਗਏ ਸਨ, ਕੁਝ ਤੇ ਐਸੇ ਨੇ ਜਿਨ੍ਹਾਂ ਦੀ ਰਸੀਦ ਹੈ, ਜਿਨ੍ਹਾਂ ਦੀ ਰਸੀਦ ਨਹੀਂ ਹੈ, ਕਹਿੰਦੇ ਵੇਰਵੇ ਮੰਗਵਾਏ ਜਾ ਰਹੇ ਨੇ ਤੇ ਉਹ ਜਿਹੜੇ ਨੇ ਅਸੀਂ ਵੇਰਵੇ ਆਉਣ ਦੇ ਉੱਪਰ ਤੁਹਾਡੇ ਅੱਗੇ ਰੱਖ ਦਿਆਂਗੇ। ਤੀਜੀ ਮੰਗ ਜੀ। ਸਮਾਂ ਉਹਨਾਂ ਨੇ ਉਹ ਕਹਿੰਦੇ ਸੀ 2, ਅਸੀਂ ਕਿਹਾ ਵੀ 2 ਮਹੀਨੇ ਨਹੀਂ, ਤੁਸੀਂ 3 ਮਹੀਨੇ ਲਓ, ਬੇਸ਼ੱਕ ਸਮਾਂ ਬੇਸ਼ੱਕ ਵੱਧ ਲਓ, ਪਰ ਕਹਿੰਦੇ 2 ਮਿੰਟ 'ਚ ਅਸੀਂ ਕੋਸ਼ਿਸ਼ ਕਰਾਂਗੇ। ਵੀ ਕੋਸ਼ਿਸ਼ ਨਾ ਕਰੋ, ਸਾਡੇ ਝਬਾਲ ਸਾਡੇ ਸਿੰਘ ਸਾਹਿਬ ਬੈਠੇ ਸੀ, ਕਹਿੰਦੇ ਵੀ ਮਹੀਨਾ ਹੋਰ ਵੱਧ ਲੈ ਲਓ ਸਾਡੇ ਵੱਲੋਂ, ਸਾਨੂੰ ਕੋਈ ਪਰੇਸ਼ਾਨੀ ਨਹੀਂ, ਪਰ ਸਾਨੂੰ ਵੇਰਵੇ ਜਿਹੜੇ ਨੇ ਤਰੀਕੇ ਨਾਲ ਚਾਹੀਦੇ ਨੇ। ਅਗਲਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਤੇ ਸ਼੍ਰੋਮਣੀ ਕਮੇਟੀ ਅਤੇ ਦੇਸ਼ ਵਿਦੇਸ਼ ਦੀਆਂ ਪ੍ਰੈਸਾਂ ਤੇ ਪੂਰਨ ਪਾਬੰਦੀ ਲੱਗੇ। ਪੂਰਨ ਸ਼ਬਦ ਦੀ ਜਿਹੜੀ ਜਾਣਕਾਰੀ ਹੈ ਮੱਖੂ ਸਾਹਿਬ ਦੇਣਗੇ ਹੁਣ। ਹਾਂਜੀ, ਇਹਦੇ ਵਿੱਚ ਸੀ ਵੀ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਸਰੂਪ ਛਾਪਦੀਆਂ ਨੇ ਉਹਨਾਂ ਦੇ ਉੱਪਰ ਪੂਰਨ ਪਾਬੰਦੀ ਲੱਗੇ। ਉਹਨਾਂ ਨੇ ਸਾਨੂੰ ਇਹ ਰਿਟਨ ਦੇ ਵਿੱਚ ਦਿੱਤਾ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਕੇ ਦੇਸ਼ ਵਿਦੇਸ਼ ਦੀਆਂ ਪ੍ਰੈਸਾਂ ਤੇ ਪਾਬੰਦੀ ਲੱਗ ਚੁੱਕੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿੰਨਾ ਚਿਰ 328 ਸਰੂਪਾਂ ਦੇ ਵੇਰਵੇ ਇਕੱਤਰ ਨਹੀਂ ਹੁੰਦੇ ਉਹਨਾਂ ਚਿਰ ਸਰੂਪ ਨਹੀਂ ਛਾਪੇਗੀ। ਕਹਿਣ ਤੋਂ ਭਾਵ ਤੁਹਾਡੀ ਇੱਕ ਮੰਗ ਸੀ, ਦੇਖੋ ਅਜੇ ਸੰਤੁਸ਼ਟੀ ਹੋਣਾ ਨਾ ਹੋਣਾ ਵੱਖਰਾ ਵਿਸ਼ਾ, ਪਰ ਤੁਹਾਨੂੰ ਦੱਸਣਾ ਇਹ ਬੜਾ ਜ਼ਰੂਰੀ ਹੈ। ਇਹ ਆਪਣੀ ਮੁੱਖ ਮੰਗ ਸੀ ਵੀ ਵਕਤੀ ਤੌਰ ਦੇ ਉੱਪਰ ਪਾਬੰਦੀ ਲੱਗੇ। ਉਹਨਾਂ ਨੇ ਵਕਤੀ ਤੌਰ ਦੇ ਉੱਪਰ ਪਾਬੰਦੀ ਲਾ ਦਿੱਤੀ ਹੈ ਵੀ ਜਿੰਨੀ ਦੇਰ ਤੱਕ 328 ਸਰੂਪਾਂ ਦਾ ਤੁਹਾਨੂੰ ਹਿਸਾਬ ਨਹੀਂ ਦੇ ਦਿੰਦੇ ਉਨੀ ਦੇਰ ਤੱਕ ਅੱਗੇ ਛਪਾਈ ਨਹੀਂ ਹੋਵੇਗੀ। ਉਹਦੇ ਵਿੱਚ ਉਹਨਾਂ ਨੇ ਅਗਲੀ ਗੱਲ ਲਿਖੀ ਹੈ, ਕੈਨੇਡਾ ਵਿੱਚ
ਰਿਪਦਮਨ ਸਿੰਘ ਮਲਕ ਪਾਸੋਂ ਉਸ ਦੀ ਮਸ਼ੀਨਰੀ ਜ਼ਬਤ ਕਰ ਲਈ ਗਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿੱਚ ਬਿਰਾਜਮਾਨ ਕਰਵਾ ਦਿੱਤੇ ਨੇ। ਵੀ ਅੱਗੇ ਸਪਸ਼ਟੀਕਰਨ ਵੀ ਮੰਗਿਆ ਗਿਆ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕੈਨੇਡਾ ਦੇ ਵਿੱਚ ਇੱਕ ਐਸੀ ਪ੍ਰੈਸ ਸੀ ਜਿਹਦਾ ਪਰਦਾਫਾਸ਼ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਦੇ ਨੇ। ਇਹ ਕਹਿੰਦੇ ਵੀ ਸਾਰੀ ਮਸ਼ੀਨਰੀ ਜ਼ਬਤ ਕਰ ਲਈਏ, ਸਰੂਪ ਗੁਰਦੁਆਰਾ ਸਾਹਿਬ ਭੇਜ ਦਿੱਤੇ ਨੇ ਤੇ ਉਹਨਾਂ ਨੂੰ ਤਲਬ ਕਰ ਲਿਆ ਗਿਆ। ਪ੍ਰਾਈਵੇਟ ਪ੍ਰੈਸਾਂ 'ਚ ਚੌਥਾ ਨੰਬਰ ਸੀਗਾ, ਪ੍ਰਾਈਵੇਟ ਪ੍ਰੈਸਾਂ ਦੇ ਵਿੱਚ ਛਪਦੇ ਗੁਟਕੇ ਸਾਹਿਬ ਅਤੇ ਪੋਥੀ ਸਾਹਿਬ ਅਤੇ ਹੋਰ ਧਾਰਮਿਕ ਸਾਹਿਤ ਛਾਪਣ ਤੇ ਪਾਬੰਦੀ ਲੱਗੇ। ਧਾਰਮਿਕ ਸਾਹਿਤ ਜਿਵੇਂ ਆਪਾਂ ਕੋਈ ਕਿਸੇ ਦੀ ਕਿਤਾਬ ਛਪਣੀ ਆ ਉਹਦੇ ਵਿੱਚ ਨਹੀਂ, ਲਿਟਰੇਚਰ ਵਿੱਚ ਨਹੀਂ, ਪਰ ਪੂਰਨ ਤੌਰ ਤੇ ਜਿਹੜੀ ਗੁਰਬਾਣੀ ਦੀਆਂ ਪੋਥੀਆਂ ਛਪਦੀਆਂ ਨੇ, ਗੁਟਕਾ ਸਾਹਿਬ, 10 ਗ੍ਰੰਥੀ, 22 ਵਾਰਾਂ, ਭਗਤਾ ਬਾਣੀ, ਸੈਂਚੀਆਂ, ਇਹ ਜਿਹੜੀਆਂ ਵੀ ਪ੍ਰਾਈਵੇਟ ਪ੍ਰੈਸਾਂ ਨੇ ਉਹਨਾਂ ਤੇ ਪੂਰਨ ਪਾਬੰਦੀ ਲੱਗੇ। ਕਿਸੇ ਵੀ ਪ੍ਰੈਸ ਨੂੰ ਕੋਈ ਅਧਿਕਾਰ ਨਹੀਂ ਹੋਵੇਗਾ ਕੋਈ ਧਾਰਮਿਕ ਪੋਥੀ ਛਪਣ ਦਾ। ਕਿਉਂ? ਕਿਉਂਕਿ ਰਿਕਾਰਡ ਨਹੀਂ। ਆਪਾਂ ਨਿੱਤ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀਆਂ ਦੀਆਂ ਗੱਲਾਂ ਸੁਣਦੇ ਆ, ਉੱਥੇ ਇਹ ਵੀ ਸੁਣਦੇ ਆ ਵੀ ਫਲਾਣੀ ਰੂੜੀ ਦੇ ਗੁਟਕਾ ਸਾਹਿਬ ਪਏ ਨੇ, ਫਲਾਣੀ ਜਗ੍ਹਾ ਤੇ ਕੋਈ ਗੁਟਕਾ ਸਾਹਿਬ ਪਾੜ ਕੇ ਛੱਡ ਗਿਆ। ਸੋ ਇਸ ਕਰਕੇ ਸਾਡੀ ਇੱਕ ਇਹ ਮੰਗ ਸੀ ਦਾ ਜਵਾਬ ਮੱਖੂ ਸਾਹਿਬ ਦੇਣਗੇ। ਤੇ ਇਹਦਾ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਵੀ ਪ੍ਰਾਈਵੇਟ ਪ੍ਰੈਸਾਂ ਵਿੱਚ ਛਪਦੇ ਗੁਟਕਾ ਸਾਹਿਬਾਨ ਅਤੇ ਗੁਰਬਾਣੀ ਪੋਥੀਆਂ ਸੰਬੰਧੀ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿਉਂਕਿ ਇਹ ਮਾਮਲਾ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਜਦੋਂ ਉਹਨਾਂ ਨੇ ਸਾਨੂੰ ਇਹ ਲਿਖ ਕੇ ਦਿੱਤਾ ਤੇ ਅਸੀਂ ਨਾਲ ਦੀ ਨਾਲ ਹੀ ਸਾਰਿਆਂ ਨੇ ਇਹ ਗੱਲ ਕੀਤੀ ਵੀ ਠੀਕ ਹੈ, ਤੁਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰ ਦਿੱਤੀ ਹੈ, ਪਰ ਇਹਦਾ ਟਾਈਮ ਪੈਣਾ ਚਾਹੀਦਾ ਹੈ ਵੀ 7 ਦਿਨਾਂ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਸਾਨੂੰ ਇਸ ਚੀਜ਼ ਦੀ ਪੂਰਨ ਪਾਬੰਦੀ ਦਾ ਰਿਪਲਾਈ ਆ ਜਾਣਾ ਚਾਹੀਦਾ ਹੈ ਵੀ ਕੋਈ ਵੀ ਸੰਸਥਾ ਧਾਰਮਿਕ ਲਿਟਰੇਚਰ ਗੁਟਕਾ ਸਾਹਿਬਾਨ ਇਹ ਚੀਜ਼ਾਂ ਆਪਣੇ ਕੋਲੋਂ ਨਹੀਂ ਛਾਪ ਸਕਦੀ। ਇਹ ਸਾਰਾ ਅਧਿਕਾਰ ਸਿਰਮੌਰ ਸੰਸਥਾ ਦੇ ਕੋਲ ਹੋਣਾ ਚਾਹੀਦਾ ਹੈ। ਅਗਲਾ 5ਵਾਂ ਮੁੱਦਾ ਸੀਗਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕਰਨ ਵਾਲੀਆਂ ਸੰਸਥਾਵਾਂ ਤੇ ਪਾਬੰਦੀ ਲੱਗੇ। ਕਿਉਂ? ਕਿਉਂਕਿ ਜਿੰਨੀਆਂ ਵੀ ਅਗਨ ਭੇਟ ਕਰਨ ਵਾਲੀਆਂ ਸੰਸਥਾਵਾਂ ਨੇ ਆਪਾਂ ਦੇਖਦੇ ਹਾਂ ਵੀ ਉੱਥੇ ਕੋਈ ਵੀ ਸਰੂਪ ਚਲਾ ਜਾਂਦਾ ਆਖੇ ਜੀ ਬਿਰਧ ਸਰੂਪ ਹੈ ਤੇ ਇਹਦਾ ਸੰਸਕਾਰ ਕਰ ਦਿਓ ਤੇ ਨਵਾਂ ਸਰੂਪ ਲਿਆਉਣ ਦੀ ਖਾਤਰ ਸਰੂਪ ਦੀ ਜਿਲਦ ਮਾੜੀ ਜਿਹੀ ਖਰਾਬ ਹੋਈ, ਕੋਈ ਅੰਗ ਕੋਈ ਪੱਤਲਾ ਖਰਾਬ ਹੋ ਗਿਆ ਤੇ ਉਹਨੂੰ ਬਦਲਿਆ ਜਾ ਸਕਦਾ ਹੈ, ਜਿਲਦ ਨੂੰ ਬਦਲਿਆ ਜਾ ਸਕਦਾ ਹੈ। ਪਰ ਲੋਕ ਕੀ ਕਰਦੇ ਨੇ ਵੀ ਉਹਨਾਂ ਜਿੱਥੇ ਅਗਨ ਭੇਟ ਹੁੰਦੇ ਸਰੂਪ ਉੱਥੇ ਛੱਡ ਆਉਂਦੇ ਨੇ ਤੇ ਨਵਾਂ ਸਰੂਪ ਜਿਹੜਾ ਲੈ ਜਾਂਦੇ ਨੇ। ਸੋ ਇਸ ਕਰਕੇ ਸਾਡੀ ਇੱਕ ਇਹ ਵੀ ਮੰਗ ਹੈ ਵੀ ਜਿੰਨੀਆਂ ਵੀ ਭਾਵੇਂ ਕੋਈ ਬਾਬਾ ਹੈ, ਭਾਵੇਂ ਕੋਈ ਸੰਸਥਾ ਹੈ, ਭਾਵੇਂ ਕੋਈ ਪ੍ਰਾਈਵੇਟ ਸੰਸਥਾ ਹੈ, ਜਿਨ੍ਹਾਂ ਨੇ ਵੀ ਅੰਗੀਠਾ ਸਾਹਿਬ ਬਣਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਹੋਰ ਪੋਥੀਆਂ ਦੇ ਸੰਸਕਾਰ ਦੇ, ਉਹ ਬਿਲਕੁਲ ਬੰਦ ਹੋਣੇ ਚਾਹੀਦੇ ਨੇ। ਕੇਵਲ ਇੱਕੋ ਜਗ੍ਹਾ ਜਿਹੜੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਸੰਸਕਾਰ, ਪੋਥੀਆਂ ਦੇ ਸੰਸਕਾਰ ਹੋਣੇ ਚਾਹੀਦੇ ਨੇ। ਮੁੱਖ ਕਾਰਨ ਕੀ ਆ? ਕਿਉਂਕਿ ਉੱਥੇ ਪੁਰਾਤਨ ਤੋਂ ਪੁਰਾਤਨ ਸਰੂਪ, ਪੁਰਾਤਨ ਤੋਂ ਪੁਰਾਤਨ ਇਤਿਹਾਸਕ ਪੋਥੀਆਂ ਉੱਥੇ ਆਉਂਦੀਆਂ ਨੇ। ਉੱਥੇ ਮੇਰੇ ਵਰਗੇ ਅਨਪੜ੍ਹ ਬੈਠੇ ਹੁੰਦੇ ਨੇ, ਚੁੱਕਦੇ ਨੇ, ਰੱਖਦੇ ਨੇ, ਦੇਸੀ ਘਿਓ ਪਾਇਆ ਤੇ ਸੰਸਕਾਰ ਕਰ ਦਿੱਤਾ। ਜਦੋਂ ਉਹ ਸਰੂਪ ਆਣਗੇ ਉਹਦੀ ਇਤਿਹਾਸਕਤਾ ਕੀ ਹੈ, ਉਸ ਪੋਥੀ ਦੀ ਸਰੂਪ ਦੀ ਮਹਾਨਤਾ ਕੀ ਹੈ, ਕਿੰਨਾ ਕੁ ਪੁਰਾਤਨ ਹੈ, ਉਹਦੀ ਜਾਣਕਾਰੀ ਵਾਸਤੇ ਇਹ ਇੱਕੋ ਜਗ੍ਹਾ ਹੀ ਹੋਵੇ। ਇਹਦੇ ਜਵਾਬ ਉਹਨਾਂ ਨੇ ਇਹਦਾ ਰਿਪਲਾਈ ਇਹ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੀਆਂ ਜਥੇਬੰਦੀਆਂ ਤੇ ਪਾਬੰਦੀ ਲਗਵਾਉਣ ਲਈ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਤਾਂ ਕਿ ਇਹਨਾਂ ਤੇ ਅੱਗੇ ਤੋਂ ਰੋਕ ਲੱਗ ਸਕੇ। ਇਹ ਜਿਹੜੇ ਤੁਸੀਂ ਸਵੇਰੇ ਸਾਨੂੰ 9 ਮੰਗਾਂ ਲਿਖ ਕੇ ਦਿੱਤੀਆਂ ਸੀ, ਇਹਨਾਂ ਵਿੱਚੋਂ 2-3 ਮੰਗਾਂ ਐਸੀਆਂ ਨੇ ਜਿਹੜੀਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਆਦੇਸ਼ ਜਾਰੀ ਕਰਨਾ ਹੈ ਤੇ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਜਿੰਨੀਆਂ ਵੀ ਸੰਸਥਾਵਾਂ ਤੁਹਾਡੇ ਧਾਰਮਿਕ ਲਿਟਰੇਚਰ ਨੂੰ, ਤੁਹਾਡੀਆਂ ਧਾਰਮਿਕ ਪੋਥੀਆਂ ਨੂੰ ਬਿਨਾਂ ਪੜ੍ਹੇ ਬਿਨਾਂ ਵਾਚ ਕੀਤੇ ਸੰਸਕਾਰ ਕਰ ਦਿੰਦੀਆਂ ਸਨ, ਉਹਨਾਂ ਤੇ ਪੂਰਨ ਪਾਬੰਦੀ ਜਥੇਦਾਰ ਸਾਹਿਬ ਦਾ ਹੁਕਮਨਾਮਾ ਜਿਹੜਾ ਉਹ ਆਵੇਗਾ, ਆਦੇਸ਼ ਆਵੇਗਾ ਉਹਦੇ ਤੇ। ਪਰ ਮੈਂ ਇੱਕ ਬੇਨਤੀ ਛੋਟੀ ਜਿਹੀ ਨਾਲ ਕਰਦੇ ਹਾਂ ਕਿਉਂਕਿ ਸਾਰੇ ਮੇਰੇ ਸਿਆਣੇ ਵੀਰ ਨੇ, ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਹੱਦ ਤੱਕ ਸੰਤੁਸ਼ਟੀ ਦਿੰਦੀਆਂ ਨੇ, ਪਰ ਜਿੰਨੀ ਦੇਰ ਤੱਕ ਇਹ ਜਾਰੀ ਜਾਂ ਲਾਗੂ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਮੇਰੇ ਖਿਆਲ ਦੇ ਵਿੱਚ ਲੱਕੜ ਦਾ ਮੁੰਡਾ ਕੀ ਸਾਬਤ ਹੋਣਗੀਆਂ। ਅਗਲੀ ਗੱਲ ਜੀ 6ਵਾਂ ਨੰਬਰ ਜੀ ਕੈਨੇਡਾ ਦੇ ਵਿੱਚ 450 ਪਾਵਨ ਸਰੂਪਾਂ ਦੀ ਨਿਰਾਦੀ ਕਰਨ ਵਾਲੇ ਦੋਸ਼ੀ ਸੰਗਤ ਸਾਹਮਣੇ ਲਿਆਓ। ਇਹਦਾ ਜਵਾਬ ਜਿਹੜਾ ਤੁਹਾਨੂੰ ਉਹ ਪਹਿਲਾਂ ਮਿਲ ਚੁੱਕਿਆ ਤੇ ਉਹਦਾ ਜਵਾਬ ਇਹਨਾਂ ਨੇ ਦਿੱਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਉਹ ਕਹਿੰਦੇ 414 ਸਵਰੂਪ ਨੇ, 450 ਸਵਰੂਪ ਨਹੀਂ। ਉਹ ਕਹਿੰਦੇ ਸਤਨਾਮ ਐਜੂਕੇਸ਼ਨ ਟਰਸਟ ਸਰੀ ਕੈਨੇਡਾ ਵਿਖੇ ਅੰਤਰਕ ਕਮੇਟੀ ਦੀ ਪ੍ਰਵਾਨਗੀ ਅਤੇ ਸਿੰਘ ਸਾਹਿਬ ਦੇ ਫੈਸਲੇ ਅਨੁਸਾਰ ਭੇਜੇ ਗਏ ਸਨ। ਉਹਨਾਂ ਨੇ ਅੱਗੋਂ ਜਿਹੜੀਆਂ ਸੰਸਥਾਵਾਂ ਜਾਂ ਗੁਰਦੁਆਰਾ ਸਾਹਿਬਾਨ ਨੂੰ ਦਿੱਤੇ ਨੇ ਉਹਨਾਂ ਦੇ ਵੇਰਵੇ ਮੰਗਵਾਏ ਗਏ ਨੇ। ਹੁਣ ਆਪਣੇ ਪਹਿਲਾ ਜਿਹੜਾ ਆਪਣੀ ਗੱਲ ਸੀ ਇੱਥੋਂ ਵੇਰਵੇ ਇਕੱਠੇ ਕੀਤੇ ਜਾ ਰਹੇ ਨੇ
ਤੇ ਅੱਗੋਂ ਵੇਰਵੇ ਮੰਗਵਾਏ ਜਾ ਰਹੇ ਨੇ। ਪਰ ਜੇ ਸਮਾਂ ਰਹਿੰਦੇ ਸਾਰੇ ਵੇਰਵੇ ਪਹਿਲਾਂ ਹੀ ਹੱਥ ਵਿੱਚ ਰੱਖੇ ਜਾਂਦੇ ਹੋਣ ਤੇ ਮੇਰੇ ਖਿਆਲ ਦੇ ਵਿੱਚ ਇੰਨਾ ਜਲੂਸ ਆਪਣਾ ਕਦੀ ਵੀ ਨਾ ਨਿਕਲਦਾ। ਸਭ ਤੋਂ ਵੱਡੀ ਗੱਲ ਇਹੀ ਹੈ ਵੀ ਜਿਹੜੀ ਅੱਜ ਅੰਦਰ ਮੈਂ ਅਗਲੇ ਪੁਆਇੰਟ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਕਵਾਂਗਾ, ਉਹਨਾਂ ਨੇ ਆਪ ਮੰਨੀ ਹੈ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਜੇਕਰ ਇਹਨਾਂ ਨੇ 2 ਨੰਬਰ ਦਾ ਕੰਮ ਕੀਤਾ ਵੀ ਰਸੀਦ ਕੱਟੀ ਨਹੀਂ, ਪੈਸੇ ਜੇਬ 'ਚ ਪਾਏ ਤੇ ਸਰੂਪ ਜਿਹੜਾ ਉਹਨਾਂ ਨੂੰ ਦੇ ਦਿੱਤਾ। ਸੋ ਇਦਾਂ ਦੇ ਜਿਹੜੇ ਨੇ ਪਹਿਲਾਂ ਹੀ ਜਿਹੜਾ ਇਨਕੁਆਇਰੀ ਕੀਤੀ ਹੋਵੇ ਤੇ ਪਹਿਲਾਂ ਹੀ ਡਾਟਾ ਕੋਡ ਰੱਖਿਆ ਹੋਵੇ ਤੇ ਆ ਜਲੂਸ ਜਿਹੜੇ ਅੱਜ ਸਾਡਾ ਕੌਮ ਦਾ ਨਿਕਲਦਾ ਪਿਆ, ਸ਼੍ਰੋਮਣੀ ਕਮੇਟੀ ਦਾ ਵਿੱਚੇ ਨਿਕਲਦਾ ਪਿਆ, ਹਾਲਾਤ ਜਿਹੜੇ ਸਾਡੇ ਬਣੇ ਹੋਏ ਨੇ ਇਹ ਸ਼ਾਇਦ ਨਾ ਬਣਦੇ। ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੋਸ਼ੀ 36 ਪਰ ਕਾਰਵਾਈ 16 ਬੰਦਿਆਂ ਤੇ ਕਿਉਂ? ਹਾਂਜੀ, ਉਹਦਾ ਇਹਨਾਂ ਨੇ ਇਹ ਜਵਾਬ ਦਿੱਤਾ ਵੀ ਜਾਂਚ ਕਮਿਸ਼ਨ ਵੱਲੋਂ ਨਾਮਜ਼ਦ ਕੀਤੇ ਗਏ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਜੇਕਰ ਇਸ ਤੋਂ ਵੀ ਵੱਧ ਦੋਸ਼ੀ ਠਹਿਰਾਏ ਜਾਂਦੇ ਨੇ ਉਹਨਾਂ ਤੇ ਵੀ ਕਾਰਵਾਈ ਯਕੀਨਨ ਕੀਤੀ ਜਾਵੇਗੀ। ਇਸ ਤੋਂ ਇਲਾਵਾ 2016 ਦੀ ਅੰਤਰਕ ਕਮੇਟੀ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਤੀ 18 ਸਤੰਬਰ 2020 ਨੂੰ ਬੁਲਾਈ ਗਈ ਹੈ। ਇੱਥੇ ਮੈਂ ਥੋੜੀ ਜਿਹੀ ਬੇਨਤੀ ਕਰ ਦੇਣੀ ਚਾਹੁੰਦਾ ਵਾਂ, ਕਿਉਂਕਿ ਜਦੋਂ ਦੋਸ਼ੀਆਂ ਦੀ ਗੱਲ ਆਉਂਦੀ ਹੈ ਤੇ ਦੋਸ਼ੀਆਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਉੱਪਰ ਫੌਜਦਾਰੀ ਮੁਕੱਦਮੇ ਤੇ ਇਹਨਾਂ ਦੇ ਉੱਪਰ ਵਿਭਾਗੀ ਕਾਰਵਾਈ ਤੇ ਆਪਣੀ ਸੰਤੁਸ਼ਟੀ ਨਹੀਂ ਸੀ ਕੋਈ ਵੀ ਕਿਸੇ ਤੇ ਵਿਭਾਗੀ ਤੇ ਕਿਸੇ ਤੇ ਕਾਨੂੰਨੀ, ਸਾਰਿਆਂ ਦੇ ਉੱਪਰ ਕਾਨੂੰਨੀ ਕਿਉਂ ਨਾ ਹੋਵੇ। ਉਹਦੇ ਵਿੱਚ ਇਹਨਾਂ ਨੇ ਕਿਹਾ ਵੀ 18 ਤਰੀਕ ਦੀ ਅੰਤਰੰਗ ਕਮੇਟੀ ਬੁਲਾਈ ਗਈ ਹੈ। ਅੱਗੇ ਜੀ ਅਗਲਾ ਸੀਗਾ ਜੀ 1000 ਪੰਨੇ ਵਾਲੀ ਜਿਹੜੀ ਰਿਪੋਰਟ ਹੈ ਉਹਨੂੰ ਜਨਤਕ ਕੀਤਾ ਜਾਵੇ। ਉਹਦਾ ਇਹਨਾਂ ਨੇ ਜਵਾਬ ਇਹ ਦਿੱਤਾ ਆ, ਜਾਂਚ ਕਮਿਸ਼ਨ ਵੱਲੋਂ ਜਿਹੜੀ ਫਾਈਨਲ 10 ਪੰਨਿਆਂ ਦੀ ਰਿਪੋਰਟ ਜਿਸ ਵਿੱਚ ਉਹਨਾਂ ਦੇ ਸੰਬੰਧਤ ਤੇ ਦੋਸ਼ ਤੈਅ ਕੀਤੇ ਗਏ ਨੇ ਉਹ ਜਨਤਕ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਬਾਕੀ ਰਿਪੋਰਟ ਵਿੱਚ ਗਵਾਹਾਂ ਆਦਿਕ ਦੇ ਬਿਆਨ ਦਰਜ ਹਨ, ਉਹ ਵੀ ਵਿਚਾਰ ਕਰਨ ਮਗਰੋਂ ਜਨਤਕ ਕੀਤੇ ਜਾਣਗੇ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵਾਂ, ਰਿਪੋਰਟ ਹੁੰਦੀ ਹੈ ਜੀ 1149 ਪੰਨਿਆਂ ਦੀ, 1149 ਪੰਨਿਆਂ ਦੀ ਰਿਪੋਰਟ ਹੈ। SGPC ਨੇ ਆਪਣੀ ਵੈਬਸਾਈਟ ਤੇ ਪਾਈ ਹੈ ਜੀ 10 ਪੇਜਾਂ ਦੀ। ਉਹ ਕਹਿੰਦੇ ਜਿਹੜੇ ਮੇਨ ਮੁੱਖ ਦੋਸ਼ੀ ਨੇ ਉਹ ਵਿੱਚ ਪਾਏ ਗਏ ਨੇ ਤੇ ਜਿਹੜੇ ਬਿਆਨ ਦਰਜ ਕਰਵਾਏ ਗਏ ਨੇ ਉਹ ਅਸੀਂ ਨਹੀਂ ਸੀ ਜਨਤਕ ਕੀਤੇ, ਪਰ ਅਸੀਂ ਵਿਚਾਰ ਕਰਕੇ ਤੇ ਉਹ ਵੀ ਆਪਣੀ ਵੈਬਸਾਈਟ ਦੇ ਉੱਪਰ ਪਾ ਦਿਆਂਗੇ। ਪਿੰਡਾਂ, ਸ਼ਹਿਰਾਂ, ਗੁਰਦੁਆਰਿਆਂ ਵਿੱਚ ਤੇ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਪਏ ਪਾਵਨ ਸਰੂਪ ਗੁਟਕਾ ਸਾਹਿਬ ਇਕੱਠੇ ਕੀਤੇ ਜਾਣ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਕਿਉਂਕਿ ਜੇਕਰ ਆਪਾਂ ਘਰਾਂ ਜਾਂਦੇ ਆ, ਅਕਾਲੀ ਜੀ ਨੇ ਕਿਹਾ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ 200 ਘਰ ਐਸੇ ਹੋਣਗੇ ਇੱਕ ਨੇੜੇ ਤੇੜੇ ਏਰੀਏ ਦੇ ਵਿੱਚ ਵੀ ਜਿੱਥੇ ਸਰੂਪ ਜਿਹੜੇ ਨੇ ਸਲੈਬਾਂ ਦੇ ਉੱਪਰ ਰੱਖੇ ਹੋਏ ਨੇ। ਇਹ ਹਾਲਾਤ ਨੇ। ਸੋ ਇਹ ਜਿਹੜਾ ਫਰਜ਼ ਹੈ ਇਹ ਸ਼੍ਰੋਮਣੀ ਕਮੇਟੀ ਦਾ ਹੈ, ਪਰ ਇਸ ਫਰਜ਼ ਨੂੰ ਸਤਿਕਾਰ ਕਮੇਟੀਆਂ ਨਿਭਾ ਰਹੀਆਂ ਸਨ। ਪਰ ਦੁੱਖ ਦੀ ਗੱਲ ਇਹ ਹੈ ਵੀ ਸਤਿਕਾਰ ਕਮੇਟੀਆਂ ਦੇ ਕੰਮ ਨੂੰ ਵੀ ਜਿਹੜਾ ਹੈ ਉਹ ਸ਼ੱਕ ਦੇ ਘੇਰੇ ਵਿੱਚ ਪ੍ਰਧਾਨ ਲੌਂਗੋਵਾਲ ਵੱਲੋਂ ਲਿਆਂਦਾ ਗਿਆ। ਸੋ ਇਹਦਾ ਜਵਾਬ ਉਹਨਾਂ ਨੇ ਦਿੱਤਾ ਵੀ ਪਿੰਡਾਂ, ਸ਼ਹਿਰਾਂ, ਗੁਰਦੁਆਰਾ ਸਾਹਿਬਾਨ ਵਿੱਚ ਵੱਡੀ ਗਿਣਤੀ ਵਿੱਚ ਬਿਰਾਜਮਾਨ ਪਾਵਨ ਸਰੂਪ ਅਤੇ ਗੁਟਕਾ ਸਾਹਿਬਾਨ ਇਕੱਤਰ ਕਰਨ ਲਈ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ। ਵੈਸੇ ਮੇਰੇ ਖਿਆਲ ਦੇ ਵਿੱਚ ਹੋਣਾ ਚਾਹੀਦਾ ਸੀ ਵੀ ਬੇਨਤੀ ਕਰ ਦਿੱਤੀ ਹੈ, ਪਰ ਉਹਨਾਂ ਨੇ ਇਹਨਾਂ ਲਿਖਿਆ ਵੀ ਬੇਨਤੀ ਕੀਤੀ ਜਾਵੇਗੀ। ਪਰ ਸਾਡਾ ਇੱਕ ਜਿੰਨੇ 7 ਮੈਂਬਰੀ ਕਮੇਟੀ ਗਈ ਸੀ, ਅਸੀਂ ਇੱਕੋ ਗੱਲ ਕੀਤੀ ਹੈ ਵੀ ਆਹ ਮੰਗ ਹੈ ਸੰਗਤ ਦੀ, ਤੁਹਾਡੇ ਅੱਗੇ ਰੱਖ ਦਿੱਤੀ, ਤੁਸੀਂ ਕਿੰਨੀ ਮੰਨੀ ਹੈ ਉਹ ਅਸੀਂ ਸੰਗਤ ਦੇ ਅੱਗੇ ਰੱਖ ਦਿਆਂਗੇ। ਪ੍ਰਵਾਨਗੀ ਸੰਗਤ ਨੇ ਦੇਣੀ ਹੈ, ਇਸ ਕਰਕੇ ਜੋ ਲਿਖਿਆ ਅਸੀਂ ਇਨ ਬਿਨ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ। ਉਹ ਪਿੰਡਾਂ, ਸ਼ਹਿਰਾਂ, ਗੁਰਦੁਆਰਾ ਸਾਹਿਬਾਨਾਂ ਵਿੱਚ ਵੱਡੀ ਗਿਣਤੀ ਵਿੱਚ ਬਿਰਾਜਮਾਨ ਪਾਵਨ ਸਰੂਪ ਅਤੇ ਗੁਟਕਾ ਸਾਹਿਬਾਨ ਇਕੱਤਰ ਕਰਨ ਲਈ ਕਹਿੰਦੇ ਕਿ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ। ਜੋ ਫੈਸਲਾ ਕਰਨਗੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ। ਹਾਂਜੀ, ਸੋ ਅਗਲੀ ਬੇਨਤੀ ਜਿਹੜੀ ਹੈ ਉਹ ਮੈਂ ਆਪ ਜੀ ਨੂੰ ਦੱਸਣ ਲੱਗਿਆ ਵੀ ਮੋਰਚਾ ਜਿਹੜਾ ਹੈ ਇਹ ਚੁੱਕਿਆ ਨਹੀਂ ਜਾ ਰਿਹਾ, ਇਥੋਂ ਕੋਈ ਸਿੰਘ ਜਾਏਗਾ ਨਹੀਂ। ਕਿਉਂਕਿ ਜਿਹੜੀ ਸਾਡੀ ਪਹਿਲੀ ਮੰਗ ਸੀ ਵੀ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਨੂੰ ਅੱਜ ਹੀ FIR ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ। ਉਹਦੇ ਵਾਸਤੇ ਸਾਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ। ਸੋ ਮਿੱਠੀਆਂ ਗੋਲੀਆਂ ਸਾਨੂੰ ਨਹੀਂ ਹਾਜ਼ਮ ਹੋਈਆਂ। ਸਾਡੀ ਜਿੰਨੀ 7 ਮੈਂਬਰੀ ਕਮੇਟੀ ਸੀ, ਝਬਾਲ ਸਾਹਿਬ ਸੀ, ਮਾਲਮ ਜੀ ਸੀ, ਦਿਲਬਾਗ ਸਿੰਘ ਜੀ ਸਨ, ਜਿੰਨੇ ਵੀਰ ਬੈਠੇ ਸੀ, ਸਾਰਿਆਂ ਦਾ ਇੱਕੋ ਹੀ ਫੈਸਲਾ ਹੈ, ਸੰਗਤ ਦਾ ਵੀ ਇਹੀ ਫੈਸਲਾ ਹੈ ਵੀ ਜਦੋਂ ਤੱਕ ਉਹਨਾਂ ਦੋਸ਼ੀਆਂ ਦੇ ਉੱਪਰ ਕਾਰਵਾਈ ਨਹੀਂ ਹੋਵੇਗੀ, ਉਹਨਾਂ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਜਾਏਗਾ, ਇੱਥੋਂ ਜਿਹੜੀ ਸੰਗਤ ਹੈ ਨਹੀਂ ਉੱਠੇਗੀ। ਗੁਰੂ ਕੇ ਸਿੰਘ ਜਿਹੜੇ ਨੇ ਨਹੀਂ ਉੱਠਣਗੇ। ਵਾਹਿਗੁਰੂ ਜੀ ਕਾ ਖਾਲਸਾ। ਇੱਥੇ ਮੈਂ ਜਿਤਨੇ ਵੀਰ ਭਰਾ ਜੁੜੇ ਨੇ
ਜਕਾਰੇ ਦੀ ਆਵਾਜ਼ ਆ ਰਹੀ। ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ, ਬੜਾ ਧਿਆਨ ਹੋ ਕੇ ਗੱਲ ਸੁਣੋ, ਕਿਉਂਕਿ ਆਪਣਾ ਇਖਲਾਕੀ ਫਰਜ਼ ਸੀ, ਉਹ ਆਪਾਂ ਆਪਣਾ ਫਰਜ਼ ਨਿਭਾਇਆ। ਤੇ ਇੱਕ ਬੇਨਤੀ ਜਿਵੇਂ ਮੇਰੇ ਤੋਂ ਪਹਿਲਾਂ ਸੱਜਣਾ ਨੇ ਤੁਹਾਨੂੰ ਕਰ ਦਿੱਤੀ ਹੈ, ਮੈਂ ਫਿਰ ਬੇਨਤੀ ਕਰਦੇ ਹਾਂ, ਮੋਰਚਾ ਲੰਮਾ ਚੱਲ ਰਿਹਾ ਹੈ। ਹੁਣ ਕਈਆਂ ਨੇ ਕਹਿਣਾ ਵੀ ਕਿਸ ਤਰੀਕੇ ਨਾਲ ਬਰਗਾੜੀ ਮੋਰਚੇ ਦੀ ਤਰਜ਼ ਦੇ ਉੱਪਰ ਕੁਝ ਸੰਗਤਾਂ ਰਹਿਣਗੀਆਂ, ਕੁਝ ਸੰਗਤਾਂ ਜਿਹੜੀਆਂ ਘਰ ਨੂੰ ਜਾਣਗੀਆਂ, ਅਵੇਸਲੇ ਘਰ ਜਾ ਕੇ ਨਹੀਂ ਖੋਣਾ। ਉਸ ਤੋਂ ਬਾਅਦ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਵੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਮਾਮਲਾ ਹੈ, ਲੈ ਕੇ ਆਉਣਾ। ਤੇ ਇਹ ਕਿੰਨੀ ਦੇਰ ਤੱਕ ਹੋਵੇਗਾ? ਜਿੰਨੀ ਦੇਰ ਤੱਕ ਸਾਨੂੰ ਇਹ ਪਹਿਲੇ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਦੇ ਉੱਪਰ FIR ਕੱਟ ਕੇ ਸਾਡੇ ਹੱਥਾਂ ਦੇ ਵਿੱਚ ਨਹੀਂ ਫੜਾ ਦਿੰਦੇ, ਉਨੀ ਦੇਰ ਤੱਕ ਇਹ ਮੋਰਚਾ ਨਿਰੰਤਰ ਇਸੇ ਪ੍ਰਕਾਰ ਚੱਲਦਾ ਰਹੇਗਾ।